ਅਮਰਗੜ੍ਹ ਵਿਧਾਨ ਸਭਾ ਹਲਕਾ ਜਿੱਥੋਂ ਸੁਰਜੀਤ ਸਿੰਘ ਧਮਾਨ ਇਲੈਕਸ਼ਨ ਲੜਿਆ ਕਰਦੇ ਸੀ, ਪਰ ਇਸ ਵਾਰ ਸੁਰਜੀਤ ਸਿੰਘ ਧਮਾਨ ਨੇ ਟਿਕਟ ਅਮਰਗੜ੍ਹ ਤੋਂ ਨਹੀਂ ਹਾਸਲ ਕੀਤੀ। ਆਪਣੇ ਪੁੱਤ ਨੂੰ ਸੁਨਾਮ ਤੋਂ ਜਸਵਿੰਦਰ ਧਮਾਨ ਨੂੰ ਟਿਕਟ ਦਿਵਾਈ ਹੈ। ਪਰ ਅਮਰਗੜ੍ਹ ਤੇ ਕੌਣ ਲੜ ਰਿਹਾ? ਅਮਰਗੜ੍ਹ ਤੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਖਾਸ ਰਿਸ਼ਤੇਦਾਰ ਸਮਿਤ ਸਿੰਘ ਨੂੰ ਟਿਕਟ ਦਿੱਤੀ ਗਈ, ਜਿਸ ਤੋਂ ਬਾਅਦ ਹਲਕੇ ਵਿੱਚ ਕਈ ਦਾਅਵੇਦਾਰੀਆਂ ਸੀ, ਟਿਕਟ ਦੀ ਮੰਗ ਸੀ। ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਜਿਹੜਾ ਰੋਸ ਪ੍ਰਗਟਾਵਾ ਹਲਕੇ ਦੇ ਉਹਨਾਂ ਵੋਟਰਾਂ ਦੇ ਵਿੱਚ ਜਾਂ ਉਹਨਾਂ ਕਾਂਗਰਸੀਆਂ ਦੇ ਵਿੱਚ, ਉਸ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਪ੍ਰਿਤਪਾਲ ਕੌਰ ਬਡਲਾ, ਸਟੇਟ ਕੋਆਰਡੀਨੇਟਰ ਪੰਜਾਬ ਮਹਿਲਾ ਕਾਂਗਰਸ, ਸਾਡੇ ਨਾਲ ਜੁੜ ਚੁੱਕੇ ਨੇ। ਪ੍ਰਿਤਪਾਲ ਜੀ, ਤੁਹਾਡਾ ਸਵਾਗਤ ਹੈ, ਤੁਸੀਂ ਸਾਡੇ ਨਾਲ ਜੁੜੇ ਹੋ। ਮੇਰਾ ਪਹਿਲਾ ਤੇ ਅਹਿਮ ਸਵਾਲ ਇਹੀ ਰਹੇਗਾ ਕਿ ਅਮਰਗੜ੍ਹ ਤੋਂ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ, ਇਹ ਬੇਭਰੋਸਗੀ ਦੇ ਮਾਇਨੇ ਕੀ ਦੇਖੀਏ ਜੋ ਕਾਂਗਰਸ ਨੇ ਤੁਹਾਡੇ ਤੱਕ ਕੀਤੀ ਹੈ? कृष्ण जी, साडे देखो हल्के की डिमांड सी अमरगढ़ दे कि लोकल कैंडीडेट होवे, सब तो वड्डा साडा यही डिमांड सी। देखो पार्टी दे जिथे भी साडी ड्यूटी लगाई असी काम किया, चाहे करोना महामारी होवे, चाहे कोई प्रोटेस्ट करना है। मैं शुगर दी पेशेंट सी, तां भी मैं घर घर जाके राशन वंडिया, मैं हरेक दे दुख सुख दे विच भी पहुंची। पर सानू उम्मीद सी कि सानू टिकट मिलेगी। असी अमरगढ़ हल्के विच रह के लोकां दी आवाज बुलंद करना चाहते सी, पर पता नहीं पार्टी ने साडे कोई मेहनत कमी रह गई कि सानू टिकट नहीं मिली हैगी। ਕਾਰਨ ਕੀ ਦੇਖਦੇ ਹੋ? ਨਵਜੋਤ ਸਿੰਘ ਸਿੱਧੂ ਦੇ ਖਾਸ ਰਿਸ਼ਤੇਦਾਰ ਸਮਿਤ ਸਿੰਘ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਗੱਲ ਇਹੀ ਲੱਗ ਰਹੀ ਹੈ ਕ੍ਰਿਸ਼ਨ ਜੀ, ਦੇਖੋ ਜਿੱਥੇ ਵੀ ਦੇਖੋ ਭਤੀਜਾਵਾਦ ਹੀ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਨਾ, ਤੁਸੀਂ ਵੀ ਦੇਖ ਹੀ ਰਹੇ ਹੋ ਸਵੇਰ ਤੋਂ ਸ਼ਾਮ ਤੱਕ ਕੀ ਚੱਲ ਰਿਹਾ ਕੀ ਨਹੀਂ ਹੈਗਾ। ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਦੁੱਖ ਵੀ ਹੁੰਦਾ ਹੈ ਕਿ ਮੇਰੀ ਮਿਹਨਤ ਦੇ ਵਿੱਚ ਸ਼ਾਇਦ ਕੋਈ ਕਮੀ ਰਹਿ ਗਈ, ਮੈਂ ਇੰਨੀ ਮਿਹਨਤ ਕੀਤੀ ਆ। ਬਟ ਜਦ ਲੋਕਾਂ ਨੂੰ ਲੋੜ ਸੀਗੀ ਉਹ ਲੋਕ ਕਿਤੇ ਆ ਕੇ ਹਲਕੇ ਵਿੱਚ ਨਹੀਂ ਵਿਚਰੇ ਹੈਗੇ। ਅਸੀਂ ਘਰ ਘਰ ਤੱਕ ਪਹੁੰਚੇ ਆ, ਹਰੇਕ ਦੀ ਸੁੱਖ ਦੁੱਖ ਦੇ ਵਿੱਚ ਕੀ ਜਿੱਥੇ ਵੀ ਸਾਨੂੰ ਲੋਕਾਂ ਨੇ ਬੁਲਾਇਆ ਅਸੀਂ ਪਹੁੰਚੇ ਹੈਗੇ ਆ। ਤੇ ਇੱਥੇ ਇਹੀ ਲੱਗਦਾ ਹੈਗਾ ਕਿ ਇੱਥੇ ਭਤੀਜਾਵਾਦ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਸ਼ੁਰੂ ਹੋ ਗਿਆ ਤੇ ਹਰੇਕ ਨੇ ਆਪਦੇ ਆਪਦੇ ਭਤੀਜੇ ਲਈ ਸੋਚਿਆ ਹੈਗਾ। ਆਪਣੀ ਪਾਰਟੀ ਲਈ ਕੰਮ ਕਰਦੇ ਸੀਗੇ, ਉਹਨਾਂ ਲਈ ਸ਼ਾਇਦ ਨਹੀਂ ਸੋਚਿਆ ਕਿ ਪਾਰਟੀ ਸ਼ਾਇਦ ਇੱਥੇ ਕੋਈ ਮਜਬੂਰੀ ਰਹੀ ਹੋਏਗੀ ਜਾਂ ਕੋਈ ਹੋਰ ਅੰਦਰਲੀ ਗੱਲ। ਦੇਖੋ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ, ਤੇ ਮੈਨੂੰ ਆਸ ਸੀਗੀ ਕਿ ਸਾਨੂੰ ਟਿਕਟ ਮਿਲੇਗੀ। ਆਪਦੇ ਲੀਡਰ ਪ੍ਰਿਯੰਕਾ ਗਾਂਧੀ ਜੀ ਨੇ ਕਿਹਾ ਸੀ ਕਿ ਮਹਿਲਾਵਾਂ ਨੂੰ ਟਿਕਟ ਦਿੱਤੀ ਜਾਏਗੀ, ਬਟ ਪੰਜਾਬ ਦੇ ਵਿੱਚ ਇੱਕ ਵੀ ਮਹਿਲਾ ਕਾਂਗਰਸ ਦੇ ਵਿੱਚ ਟਿਕਟ ਨਹੀਂ ਦਿੱਤੀ ਗਈ। ਹੋਰ ਵੀ ਨੌਜਵਾਨ ਲੇਡੀਜ਼ ਜਿਵੇਂ ਦਮਨ ਬਾਜਵਾ ਹੋ ਗਈ, ਸਾਡੀ ਪੰਜਾਬ ਪ੍ਰਧਾਨ ਰਾਣੀ ਸੋਢੀ ਜੀ ਹੋ ਗਏ ਜਾਂ ਸਤਕਾਰ ਕੌਰ ਜੀ ਸੀਗੇ, ਤਾਂ ਕਿਸੇ ਨੂੰ ਟਿਕਟ ਨਹੀਂ ਮਿਲੀ ਹੈਗੀ। ਕਾਂਗਰਸ 'ਚ ਰਹੋਗੇ ਜਾਂ ਕਿਸ ਤਰ੍ਹਾਂ ਦੀ ਰਣਨੀਤੀ ਹੁਣ ਅਪਣਾਓਗੇ? ਕਿਉਂਕਿ ਵੱਡੇ ਲੰਬੇ ਸਮੇਂ ਤੋਂ ਤੁਸੀਂ ਕਾਂਗਰਸ 'ਚ ਕੰਮ ਕੀਤਾ। ਇਹਦੇ ਵਿੱਚ ਰਹਿ ਕੇ ਉਹਦੇ ਹੱਕਾਂ ਲਈ ਲੜੂੰਗੀ, ਜ਼ਰੂਰ ਲੜੂੰਗੀ। ਪਾਰਟੀ ਤੋਂ ਮੈਂ 2007 ਨਾਲ ਜੁੜੀ, 2007 ਤੋਂ ਜੁੜੀ ਹੋਈ ਹਾਂ। ਮੈਂ ਕੰਟੀਨਿਊ ਮਿਹਨਤ ਕੀਤੀ, ਯੂਥ ਦੇ ਵਿੱਚ ਵੀ ਮੈਂ ਕੰਮ ਕੀਤਾ ਹੈਗਾ ਤੇ ਮਹਿਲਾ ਕਾਂਗਰਸ ਵਿੱਚ ਵੀ ਮੈਂ 2018 ਤੋਂ ਕੰਮ ਕਰ ਰਹੀ ਹਾਂ। ਤੇ ਫਿਲਹਾਲ ਮੇਰੇ ਨਾਲ ਵਰਕਰ ਜੁੜੇ ਹੋਏ ਨੇ, ਜਿਹੜੇ ਲੋਕ ਮੇਰੇ ਨਾਲ ਮਾੜੇ ਟਾਈਮ ਦੇ ਵਿੱਚ ਵੀ ਖੜੇ ਸੀਗੇ, ਜਿੱਦਾਂ ਉਹਨਾਂ ਦਾ ਸਾਰਿਆਂ ਦਾ ਫੈਸਲਾ ਹੋਊਗਾ ਤਾਂ ਮੈਂ ਉਹਨਾਂ ਦੇ ਫੈਸਲੇ ਦਾ ਸਵਾਗਤ ਜ਼ਰੂਰ ਕਰੂੰਗੀ। ਬਿਲਕੁਲ। ਨੀਤਿਕਾ, ਲੱਗਦਾ ਕੀ ਹੈ? ਦੇਖੋ ਕਾਂਗਰਸ ਦਾ ਇਹ ਪਲਾਨ ਸੀ ਕਿ ਔਰਤਾਂ ਨੂੰ ਲੈ ਕੇ ਕਾਂਗਰਸ 'ਚ ਇੱਕ ਵੱਖਰੀ ਇਮੇਜ ਸੀ ਕਿ ਜ਼ਿਆਦਾ ਸੀਟਾਂ ਦਿੱਤੀਆਂ ਜਾਣ, ਪਰ ਸਭ ਤੋਂ ਵੱਧ ਸੀਟਾਂ ਔਰਤਾਂ ਦੀਆਂ ਕੱਟੀਆਂ ਗਈਆਂ। बिल्कुल, देखो जो पहली लिस्ट आई किशन ਉਹਦੇ ਵਿੱਚ ਵੀ ਸਿਰਫ ਔਰ ਸਿਰਫ 9 ਜਿਹੜੀਆਂ ਔਰਤਾਂ ਉਹਨਾਂ ਨੂੰ ਟਿਕਟ ਦਿੱਤੀ ਗਈ, ਜਦਕਿ 86 ਕੈਂਡੀਡੇਟਸ ਦੇ ਨਾਮਾਂ ਦਾ ਐਲਾਨ ਕੀਤਾ ਗਿਆ, ਯਾਨੀ ਕਿ ਕਰੀਬ 8-9% ਜਿਹੜੇ ਹੈ ਔਰਤਾਂ ਨੂੰ ਟਿਕਟ ਦਿੱਤੀਆਂ ਗਿਆ। ਦੂਸਰੀ ਜਦੋਂ ਲਿਸਟ ਆਈ 23 ਕੈਂਡੀਡੇਟਸ ਦੇ ਨਾਂ ਸਾਹਮਣੇ ਆਏ, ਉਹਦੇ ਵਿੱਚ ਵੀ ਸਿਰਫ ਔਰ ਸਿਰਫ 2 ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ। ਤੇ ਜ਼ਿਆਦਾਤਰ ਜੇ ਗੱਲ ਕੀਤੀ ਜਾਵੇ ਦਮਨ ਬਾਜਵਾ ਹੋ ਗਏ, ਸਤਕਾਰ ਕੌਰ ਹੋਵੇ, ਸਤਿੰਦਰ ਬਿੱਟੀ, ਪ੍ਰਿਤਪਾਲ ਕੌਰ ਬਡਲਾ, ਯਾਨੀ ਕਿ ਨਾ ਜਿਹੜੀ ਹੈ ਲਿਸਟ ਕਾਫੀ ਲੰਬੀ ਹੈ। ਤੇ ਇਹੀ ਕਿਹਾ ਜਾ ਰਿਹਾ ਹੈ ਕਿ ਜੇ ਪ੍ਰਿਯੰਕਾ ਗਾਂਧੀ ਯੂਪੀ 'ਚ ਜਾ ਕੇ ਕਹਿੰਦੇ ਨੇ ਕਿ 40% ਅਸੀਂ ਸੀਟਾਂ ਜਿਹੜੀਆਂ ਹੈ ਟਿਕਟਾਂ ਜਿਹੜੀਆਂ ਉਹ ਅਸੀਂ ਮਹਿਲਾਵਾਂ ਨੂੰ ਦੇਵਾਂਗੇ, ਤਾਂ ਫਿਰ ਪੰਜਾਬ ਦੇ ਨਾਲ ਇਹ ਡਿਸਕ੍ਰਿਮੀਨੇਸ਼ਨ ਕਿਉਂ? ਪ੍ਰਿਤਪਾਲ ਦੀ ਜੇ ਗੱਲ ਕੀਤੀ ਜਾਵੇ, ਪ੍ਰਿਤਪਾਲ ਜੀ ਤੁਹਾਨੂੰ ਲੱਗਦਾ ਹੈ ਕਿ ਸਮਿਤ ਸਿੰਘ, ਨਵਜੋਤ ਸਿੰਘ ਸਿੱਧੂ ਦੇ ਭਤੀਜੇ, ਉਹਨਾਂ ਨੂੰ ਸਿਰਫ ਐਡਜਸਟ ਕਰਨ ਵਾਸਤੇ ਇਹ ਸਾਰਾ ਖੇਲ ਖੇਡਿਆ ਗਿਆ? ਸਮਿਤ ਨੇ ਅੱਜ ਤੱਕ ਕਿਸੇ ਪਿੰਡ ਵਿੱਚ ਨਹੀਂ ਆ ਕੇ ਵਿਚਰੇ ਹੈਗੇ। ਕੋਈ ਕਿਸੇ ਪਿੰਡ ਦੇ ਵਿੱਚ ਉਹਨਾਂ ਨੂੰ ਲੋਕ ਜਾਣਦੇ ਨਹੀਂ। ਮੈਨੂੰ ਰਾਤ ਤੋਂ ਫੋਨ ਆ ਰਹੇ ਨੇ ਕਿ ਸਮਿਤ ਜੀ ਕੌਣ ਨੇ, ਠੀਕ ਹੈ। ਉਹਨਾਂ ਦੇ ਫਾਦਰ ਅੱਜ ਤੋਂ 20 ਸਾਲ ਪਹਿਲਾਂ MLA ਰਹੇ ਨੇ, ਸਿਰਫ ਇਹੀ ਉਹਨਾਂ ਦੇ ਪਰਿਵਾਰ ਵਿੱਚ ਸੀਗਾ। ਅਦਰਵਾਈਜ਼ ਉਹਨਾਂ ਦੇ ਪਰਿਵਾਰ ਨੇ ਕਿਸੇ ਵੀ ਆ ਕੇ ਹਲਕੇ ਦੇ ਵਿੱਚ ਕਿਸੇ ਨੇ ਕੁਝ ਨਹੀਂ ਵਿਚਰੇ, ਕਿਸੇ ਦੇ ਸੁੱਖ ਦੁੱਖ 'ਚ ਨਹੀਂ ਪਹੁੰਚੇ, ਕਿਤੇ ਮਾੜੇ ਟਾਈਮ ਦੇ ਵਿੱਚ ਲੋਕਾਂ ਨਾਲ ਨਹੀਂ ਖੜੇ ਹੈਗੇ।
ਉਸ ਤੋਂ ਬਾਅਦ ਪਾਰਟੀਵਾਦ ਵੀ ਚੇਂਜ ਕੀਤੀ। ਮੈਂ ਕੰਟੀਨਿਊ ਪਰ ਕਾਂਗਰਸ ਪ੍ਰਿਤਪਾਲ ਵਿੱਚ ਜੀ ਰਹੀ ਹਾਂ ਇਹ ਕਿਹਾ 2007 ਜਾ ਤੋਂ ਰਿਹਾ ਹੈ ਕਿ ਸੁਰਜੀਤ ਧੀਮਾਨ ਤੇ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਆਪਸ 'ਚ ਗੱਲਬਾਤ ਕਰ ਲਈ ਸੀਗੀ। ਸੁਰਜੀਤ ਧੀਮਾਨ ਜੀ ਨੇ ਪਹਿਲਾਂ ਹੀ ਕਹਿਤਾ ਸੀਗਾ ਕਿ ਮੈਂ ਇਸ ਵਾਰ ਚੋਣਾਂ ਨਹੀਂ ਲੜਨਾ ਚਾਹੁੰਦਾ, ਮੇਰੇ ਬੇਟੇ ਨੂੰ ਟਿਕਟ ਜ਼ਰੂਰ ਦੇ ਦਿਓ, ਪਰ ਕਿਉਂਕਿ ਸਮਿਤ ਸਿੰਘ ਨੂੰ ਅਮਰਗੜ੍ਹ ਤੋਂ ਖੜਾ ਕਰਨਾ ਸੀ, ਇਹੀ ਕਾਰਨ ਹੈ ਕਿ ਦਾਮਨ ਬਾਜਵਾ ਦੀ ਟਿਕਟ ਵੀ ਜਿਹੜੀ ਹੈ ਉਹ ਕੱਟ ਦਿੱਤੀ ਗਈ ਤੇ ਉੱਥੇ ਸੁਰਜੀਤ ਧੀਮਾਨ ਦੇ ਮੁੰਡੇ ਨੂੰ ਜਿਹੜਾ ਉਤਾਰ ਦਿੱਤਾ ਗਿਆ। ਹਾਂਜੀ ਮੈਮ ਬਿਲਕੁਲ, ਉਹਨਾਂ ਨੂੰ ਐਡਜਸਟਮੈਂਟ ਭਤੀਜਾਵਾਦ ਹੀ ਚੱਲ ਰਿਹਾ ਨਾ। ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਭਤੀਜਿਆਂ ਨੂੰ ਸੈੱਟ ਕਰਨ ਵਾਸਤੇ ਹੀ ਸਾਰੇ ਸੈਟਿੰਗਾਂ ਹੁੰਦੀਆਂ ਹੈਗੀਆਂ ਨੇ। ਸਾਡੀ ਤਾਂ ਜਿੱਥੇ ਪਾਰਟੀ ਲਈ ਡਿਊਟੀ ਲੱਗੀ ਸੀ, ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਆ। ਇਕੱਲੇ ਪੰਜਾਬ ਵਿੱਚ ਨਹੀਂ, ਜਿੱਥੇ ਮੈਨੂੰ ਦਿੱਲੀ ਡਿਊਟੀ ਲੱਗੀ, ਰਾਜਸਥਾਨ ਲੱਗੀ, ਹਰਿਆਣਾ 'ਚ ਲੱਗੀ, ਮੈਂ ਜਾ ਕੇ ਕੰਮ ਕੀਤਾ। ਮੈਂ ਪਾਰਟੀ ਦੇ ਕਿਸੇ ਵੀ ਹੁਕਮ ਨੂੰ ਨਹੀਂ ਟਾਲਿਆ ਅੱਜ ਤੱਕ। ਕਾਂਗਰਸ ਮਹਿਲਾਵਾਂ ਨਾਲ ਧੱਕਾ ਕਰ ਰਹੀ ਹੈ। ਬਿਲਕੁਲ ਮੈਮ, ਦੇਖੋ ਜਦ ਆਪਾਂ ਸਰਪੰਚੀ ਪੰਚੀ ਲੜਨੀ ਹੈ, ਐਮਸੀ ਲੜਨੇ, ਜਦ ਤਾਂ 50% ਦਿੱਤਾ ਗਿਆ। ਜਦ ਕੋਈ ਸੰਗਠਨ ਦੇ ਵਿੱਚ ਗੱਲ ਆਉਂਦੀ ਹੈਗੀ ਉੱਥੇ ਲੇਡੀਜ਼ ਨੂੰ ਇਗਨੋਰ ਕੀਤਾ ਜਾਂਦਾ ਹੈਗਾ। ਤੁਸੀਂ ਦੇਖੋ ਜੀ 117 ਦੇ ਵਿੱਚ ਸਿਰਫ 10 ਲੇਡੀਜ਼ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ, ਕਿੰਨੇ ਪਰਸੈਂਟ ਹੋਵੇ ਤੁਸੀਂ ਸੋਚ ਕੇ ਦੇਖੋ। ਉਹ ਵੀ ਜਿਹੜੇ ਪੁਰਾਣੀਆਂ ਲੀਡਰ ਸੀਗੇ ਜਾਂ ਲਾ ਲਓ ਵੀ ਪੋਲਿਟਿਕਸ ਫੈਮਿਲੀ ਤੋਂ ਬਿਲੋਂਗ ਕਰਦੇ, ਸਿਰਫ ਉਹਨਾਂ ਨੂੰ ਆਮ ਲੇਡੀਜ਼ ਨੂੰ ਕਿਸੇ ਨੂੰ ਟਿਕਟ ਨਹੀਂ ਦਿੱਤੀ ਗਈ ਹੈਗੀ। ਮਹਿਲਾ ਕਾਂਗਰਸ ਨੇ ਜਿੱਥੇ ਵੀ ਲੋੜ ਪਈ ਹੈ ਪ੍ਰਿਤਪਾਲ ਜੀ ਗੱਲਬਾਤ ਹੋਈ ਸੀ ਕੋਈ, ਕਿਉਂਕਿ ਸਾਰੇ ਅੱਛਾ ਜ਼ਿੰਮੇਦਾਰ ਕਿਸ ਨੂੰ ਮੰਨਦੇ ਹੋ ਪ੍ਰਿਤਪਾਲ ਜੀ? ਨਵਜੋਤ ਸਿੰਘ ਸਿੱਧੂ ਨੂੰ, ਚਰਨਜੀਤ ਸਿੰਘ ਚੰਨੀ ਨੂੰ, ਜਾਂ ਫਿਰ ਹਰੀਸ਼ ਚੌਧਰੀ ਨੂੰ, ਜਾਂ ਫਿਰ ਜਿਹੜੇ ਸਾਬਕਾ ਪ੍ਰਧਾਨ ਨੇ ਸੁਨੀਲ ਜਾਖੜ? ਕਿਉਂਕਿ ਇਹ ਸਾਰੇ ਜਿਹੜੇ ਨੇ ਉਸ ਕਮੇਟੀ ਦੇ ਮੈਂਬਰ ਸੀਗੇ। ਕੌਣ ਜ਼ਿੰਮੇਦਾਰ ਹੈ ਜਾਂ ਤੁਹਾਡੀ ਹਾਈ ਕਮਾਂਡ ਜ਼ਿੰਮੇਦਾਰ ਹੈ? ਦੇਖੋ ਮੈਮ ਅਸੀਂ ਤਾਂ ਮੇਨ ਆਪਦੀ ਹਾਈ ਕਮਾਂਡ ਦੇ ਅਕੋਰਡਿੰਗ ਹੀ ਚੱਲੇ ਹੈਗੇ ਆ। ਅਸੀਂ ਵੱਡੇ ਲੀਡਰਾਂ ਵਿੱਚ ਤਾਂ ਦੇਖੋ ਇਹਦੇ ਲੜਾਈ ਤਾਂ ਆਪਸੇ ਚੱਲਦੀ ਰਹਿੰਦੀ। ਅਸੀਂ ਕਿਤੇ ਲੜਾਈ, ਅਸੀਂ ਤਾਂ ਸਿਰਫ ਪਾਰਟੀ ਲਈ ਕੰਮ ਕੀਤਾ। ਅਸੀਂ ਆਪਣੀ ਪਾਰਟੀ ਹਾਈ ਕਮਾਂਡ ਨੂੰ ਰਿਕੁਐਸਟ ਕਰਦੇ ਸੀਗੇ ਅਸੀਂ ਤਾਂ ਹਮੇਸ਼ਾ ਕਿ ਸਾਨੂੰ ਟਿਕਟ ਦਿੱਤੀ ਜਾਵੇ। ਅਸੀਂ ਲੋਕਾਂ ਦੇ ਵਿੱਚ ਜਾ ਕੇ ਕੰਮ ਕੀਤਾ ਹੈਗਾ। ਆਜ਼ਾਦ ਲੜੋਗੇ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋਵੋਗੇ ਪ੍ਰਿਤਪਾਲ ਜੀ? ਨਹੀਂ ਮੈਮ, ਹਲੇ ਇਦਾਂ ਦਾ ਮੇਰਾ ਕੁਝ ਨਹੀਂ। ਮੈਂ ਸ਼ਾਮ ਨੂੰ 6 ਵਜੇ ਮੀਟਿੰਗ ਰੱਖੀ ਆ ਆਪਦੇ ਸਾਰੇ ਵਰਕਰਸ ਨਾਲ, ਜਿੰਨੇ ਵੀ ਸਾਥੀ ਮੇਰੇ ਨਾਲ ਕੰਮ ਕਰਦੇ ਸੀਗੇ, ਤੇ ਮੈਂ ਉਹਨਾਂ ਦੇ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਫੈਸਲਾ ਆਊਗਾ ਤੇ ਉਹਦੇ ਵਿੱਚ ਜਾ ਕੇ ਮੈਂ ਆਪਦਾ ਕੋਈ ਡਿਸੀਜਨ ਲਵਾਂਗੀ। ਫਿਲਹਾਲ ਮੈਂ ਪਾਰਟੀ ਤੋਂ ਕੋਈ ਬਾਹਰ ਜਾਣ ਦੀ ਗੱਲ ਨਹੀਂ ਕਰ ਰਹੀ ਹੈਗੀ। ਬਾਕੀ ਪ੍ਰਿਯੰਕਾ ਜੀ ਨੂੰ ਮੈਂ ਰਿਕਵੈਸਟ ਕਰੂੰਗੀ, ਆਪਦੇ ਹੱਕ ਲਈ ਮੈਂ ਜ਼ਰੂਰ ਲੜੂੰਗੀ। ਠੀਕ ਹੈ, ਓਕੇ ਜੀ। ਪ੍ਰਿਤਪਾਲ ਜੀ, ਸਭ ਤੋਂ ਅਹਿਮ ਸਵਾਲ ਇੱਥੇ ਇਹ ਹੈ ਕਿ ਦੇਖੋ ਸਮਿਤ ਸਿੰਘ ਨੂੰ ਤਾਂ ਟਿਕਟ ਦਿੱਤੀ ਗਈ ਹੈ, ਤੁਸੀਂ ਪਰਿਵਾਰਵਾਦ ਦੀ ਗੱਲ ਕਹਿ ਰਹੇ ਹੋ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੜੇ ਖਾਸ ਨੇ, ਉਹਨਾਂ ਦੇ ਰਿਸ਼ਤੇਦਾਰ ਨੇ। ਤੁਹਾਡੇ ਗੱਲਬਾਤ ਕੋਈ ਹੋਈ ਹੈ ਹਾਈ ਕਮਾਂਡ ਨਾਲ ਜਾਂ ਪੰਜਾਬ ਕਾਂਗਰਸ ਦੇ तमाम ਨੁਮਾਇੰਦਿਆਂ ਨਾਲ ਗੱਲਬਾਤ ਹੋਈ ਹੋਵੇ ਜਦੋਂ ਤੋਂ ਟਿਕਟਾਂ ਡਿਕਲੇਅਰ ਹੋਈਆਂ ਨੇ? ਤੇ ਸਰ ਦੇਖੋ, ਪਹਿਲਾਂ ਮੈਂ ਜਿਸ ਤਰ੍ਹਾਂ ਦੇ ਸੀਗੇ ਸਾਰੇ ਲੀਡਰਸ ਨੂੰ ਜਾ ਕੇ ਮਿਲੀ ਆ। ਮੈਂ ਸਾਰਿਆਂ ਕੋਲ ਜਾ ਕੇ ਆਪਦੀ ਪ੍ਰੋਫਾਈਲ ਦੱਸਦੀ ਰਹੀ ਆ। ਸਾਰਿਆਂ ਨੇ ਮੈਨੂੰ ਹੌਸਲਾ ਦਿੱਤਾ ਸੀ ਕਿ ਹਾਂਜੀ ਲੇਡੀਜ਼ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਪਹਿਲੀ ਲਿਸਟ ਵਿੱਚ ਨਹੀਂ ਆਇਆ ਸੀਗਾ ਤਾਂ ਸੈਕਿੰਡ ਲਿਸਟ ਵਿੱਚ ਜ਼ਰੂਰ ਉਮੀਦ ਸੀਗੀ। ਮੈਂ ਇਹ ਨਹੀਂ ਚਾਹੁੰਦੀ ਕਿ ਸਿਰਫ ਮੈਨੂੰ ਦਿੱਤੀ ਜਾਂਦੀ, ਮੈਂ ਚਾਹੁੰਦੀ ਵੀ ਜਿਹੜੇ ਹੋਰ ਵੀ ਲੇਡੀਜ਼ ਕੰਮ ਕਰ ਰਹੀਆਂ ਸੀ ਕਿਸੇ ਨੂੰ ਵੀ ਦਿੱਤੀ ਜਾਣੀ ਚਾਹੀਦੀ ਸੀਗੀ। ਨੌਜਵਾਨ ਲੇਡੀਜ਼ ਸੀਗੇ ਜਿਹੜੀਆਂ ਮਿਹਨਤ ਕਰ, ਮਹਿਲਾ ਕਾਂਗਰਸ, ਯੂਥ ਕਾਂਗਰਸ, ਸਭ ਨੂੰ ਇਗਨੋਰ ਕੀਤਾ ਗਿਆ ਹੈ। ਤੇ ਹਲਕੇ ਦੀ ਆਵਾਜ਼ ਕੀ ਕਹਿ ਰਹੇ ਨੇ, ਤੁਹਾਡੇ ਸਪੋਰਟਰ ਕੀ ਕਹਿ ਰਹੇ ਨੇ ਕਿ ਬਾਹਰਲੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ, ਅਣਗੋਲਿਆਂ ਕਰਨ ਪਿੱਛੇ ਕੋਈ ਕਾਰਨ? ਇਹ ਕਾਰਨ ਤਾਂ ਬਸ ਤੁਸੀਂ ਵੀ ਸਮਝਦੇ ਹੋ ਕ੍ਰਿਸ਼ਨ ਜੀ, ਇਹੀ ਹੋ ਰਿਹਾ ਕਿ ਭਤੀਜਾਵਾਦ ਜਾਂ ਪਰਿਵਾਰਵਾਦ ਵਾਲੀ ਗੱਲ ਹੈ। ਜਦ ਕਿ ਸਾਡੀ ਪਾਰਟੀ ਦਾ ਪਹਿਲਾਂ ਇੱਕ ਏਜੰਡਾ ਸੀ ਕਿ ਪਰਿਵਾਰ ਦੇ ਵਿੱਚ ਇੱਕ ਟਿਕਟ ਦਿੱਤੀ ਜਾਏਗੀ, ਕਿਸੇ ਹੋਰ ਨੂੰ ਨਹੀਂ ਦਿੱਤੀ ਜਾਏਗੀ। ਪਰ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਇੱਕ ਪਰਿਵਾਰ ਵਿੱਚ 2 ਟਿਕਟਾਂ ਕਿੰਨੇ ਲੋਕਾਂ ਨੂੰ ਦਿੱਤੀਆਂ ਗਈਆਂ ਹੈਗੀਆਂ ਨੇ। ਤੇ ਲੋਕਾਂ ਦੀ ਡਿਮਾਂਡ ਤਾਂ ਇਹੀ ਸੀ। ਅਮਰਗੜ੍ਹ ਹਲਕੇ ਨਾਲ ਹਮੇਸ਼ਾ ਹੀ ਮਤਰੇਈ ਮਾਲ ਸਲੂਕ ਕੀਤਾ ਗਿਆ। ਹਮੇਸ਼ਾ ਬਾਹਰੋਂ ਲਿਆ ਕੇ ਕੈਂਡੀਡੇਟ ਦਿੱਤਾ ਜਾਂਦਾ ਹੈਗਾ ਕਿ ਉਸ ਤੇ ਕੋਈ ਕਾਬਿਲ ਬੰਦਾ ਨਹੀਂ ਹੈਗਾ ਅਮਰਗੜ੍ਹ ਦੇ ਵਿੱਚ ਕਿ ਉਹ ਉੱਥੇ ਲੋਕਾਂ ਦੇ ਐਮਐਲਏ ਬਣ ਕੇ ਉਹਨਾਂ ਦੀ ਸੇਵਾ ਕਰ ਸਕੇ। ਅੱਛਾ, ਇਹ ਤਾਂ ਸਪਸ਼ਟ ਹੈ ਕਿ ਤੁਸੀਂ ਇਤਰਾਜ਼ ਪ੍ਰਗਟ ਕਰ ਰਹੇ ਹੋ, ਪਰ ਜੇ ਕਾਂਗਰਸ ਕਹਿ ਦਿੰਦੀ ਹੈ ਕਿ ਤੁਹਾਨੂੰ ਐਡਜਸਟ ਅਸੀਂ ਕਰ ਦਾਂਗੇ, ਤੁਸੀਂ ਪਾਰਟੀ ਦੇ ਨਾਲ ਚੱਲੋ, ਤਾਂ ਫਿਰ ਫੈਸਲਾ ਕੀ ਰਹੇਗਾ? ਫੈਸਲਾ ਕ੍ਰਿਸ਼ਨ ਜੀ ਮੈਂ ਦੱਸ ਚੁੱਕੀ ਹੈ ਕਿ ਜਿਸ ਤਰ੍ਹਾਂ ਮੇਰੇ ਨਾਲ ਜਿਹੜੇ ਦੇਖੋ ਪਾਰਟੀ ਬਾਅਦ ਦੇ ਵਿੱਚ ਪਹਿਲਾਂ ਜਿਹੜੇ ਲੋਕ ਮੇਰੇ ਹਲਕਾ ਅਮਰਗੜ੍ਹ ਮੇਰਾ ਆਪਦਾ ਪਰਿਵਾਰ ਆ, ਹਲਕਾ ਸਾਰਾ, ਮੈਂ ਉਹਨਾਂ ਦੇ ਅਕੋਰਡਿੰਗ ਹੀ ਚੱਲੂੰਗੀ ਜੋ ਮੈਨੂੰ ਉਹ ਕਹਿਣਗੇ। ਮੈਂ ਸ਼ਾਮ ਨੂੰ ਉਹਨਾਂ ਨਾਲ ਗੱਲ ਕਰ ਰਹੀ ਹਾਂ, 6 ਵਜੇ ਮੈਂ ਮੀਟਿੰਗ ਰੱਖੀ ਹੈ, ਸਾਰਿਆਂ ਨੂੰ ਬੁਲਾਇਆ ਹੈਗਾ। ਉਸ ਤੋਂ ਬਾਅਦ ਹੀ ਮੈਂ ਕੁਝ ਸੋਚ ਪਾਉਂਗੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ। ਬਿਲਕੁਲ ਨਿਤਿਕ, ਜਿਸ ਹਿਸਾਬ ਨਾਲ ਟਿਕਟਾਂ ਕੱਟੀਆਂ ਗਈਆਂ ਨੇ, ਡੈਮੇਜ ਤਾਂ ਨਹੀਂ ਹੋ ਸਕਦਾ ਕਾਂਗਰਸ ਨੂੰ, ਜਾਂ ਵੱਡੀ ਚਿੰਤਾ ਕਾਂਗਰਸ ਲਈ ਹੈ?
ਬਿਲਕੁਲ ਕਿਸ਼ਨ, ਇਹੀ ਗੱਲ ਜਿਹੜੇ ਨੇ ਪ੍ਰਭਾਰੀ ਹਰੀਸ਼ ਚੌਧਰੀ ਕਹਿੰਦੇ ਹੋਏ ਨਜ਼ਰ ਆਏ ਸੀਗੇ। ਦਰਅਸਲ ਨਵਜੋਤ ਸਿੰਘ ਸਿੱਧੂ ਕਈ ਉਮੀਦਵਾਰਾਂ ਨੂੰ ਲੈ ਕੇ ਕਹਿ ਰਹੇ ਸੀਗੇ ਕਿ ਇਹਨਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਚਾਹੀਦੀਆਂ ਨੇ, ਉਹਦੇ ਵਿੱਚ ਕਈ ਮੌਜੂਦਾ ਐਮਐਲਏਜ਼ ਦੇ ਨਾਂ ਵੀ ਸ਼ਾਮਲ ਨੇ। ਤੇ ਸੁਨੀਲ ਜਾਖੜ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਜਿਨ੍ਹਾਂ ਤੇ ਐਲੀਗੇਸ਼ਨ ਲੱਗੇ ਹੋਏ ਨੇ ਉਹਨਾਂ ਦੇ ਟਿਕਟ ਜਿਹੜੀ ਕੱਟ ਦੇਣੀ ਚਾਹੀਦੀ ਹੈ। ਪਰ ਹਰੀਸ਼ ਚੌਧਰੀ ਨੇ ਇਹ ਕਿਹਾ ਸੀਗਾ ਕਿ ਪਹਿਲਾਂ ਹੀ ਪਾਰਟੀ ਦੇ ਵਿੱਚ ਬਗਾਵਤ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ, ਇਸ ਲਈ ਜ਼ਿਆਦਾ ਜਿਹੜੀਆਂ ਸੀਟਾਂ ਨੇ, ਜਿਹੜੀਆਂ ਟਿਕਟਾਂ ਨੇ ਉਹ ਮੌਜੂਦਾ ਜਿਹੜੇ ਐਮਐਲਏਜ਼ ਨੇ ਉਹਨਾਂ ਨੂੰ ਦੇ ਦੇਣੀਆਂ ਚਾਹੀਦੀਆਂ ਨੇ, ਜਾਂ ਫਿਰ ਜਿਹੜੇ 2017 ਚ ਖੜੇ ਸੀਗੇ ਉਹਨਾਂ ਨੂੰ ਦੇ ਦੇਣੀਆਂ ਚਾਹੀਦੀਆਂ ਤਾਂ ਕਿ ਪਾਰਟੀ ਦੇ ਵਿੱਚ ਹੋਰ ਬਗਾਵਤ ਨਾ ਹੋਵੇ। ਤੁਸੀਂ ਦੇਖੋ ਪਹਿਲਾਂ 86 ਉਮੀਦਵਾਰਾਂ ਦੀ 86 ਜਿਹੜੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ, ਉਸ ਤੋਂ ਬਾਅਦ ਕਿਸ ਤਰ੍ਹਾਂ ਬਗਾਵਤ ਦੇਖਣ ਨੂੰ ਮਿਲੀ ਸੀਗੀ। ਤੇ ਅੱਜ ਜੇ ਗੱਲ ਕੀਤੀ ਜਾਵੇ, ਕਿਉਂਕਿ ਦੇਰ ਰਾਤ ਜਿਹੜੀ ਦੂਸਰੀ ਲਿਸਟ ਆਈ ਤੇ ਉਸ ਤੋਂ ਬਾਅਦ ਵੀ ਬਗਾਵਤ ਦੇ ਸੁਰ ਜਿਹੜੇ ਨੇ ਕਾਂਗਰਸ ਤੋਂ ਲਗਾਤਾਰ ਉੱਠਦੇ ਹੋਏ ਨਜ਼ਰ ਆ ਰਹੇ ਨੇ। ਜੇ ਗੱਲ ਕੀਤੀ ਜਾਵੇ, ਹਲੇ ਵੀ ਕਈ ਐਮਐਲਏ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਕੀ ਸਾਨੂੰ ਐਡਜਸਟ ਕੀਤਾ ਜਾਏਗਾ ਜਾਂ ਫਿਰ ਅਸੀਂ ਕੋਈ ਹੋਰ ਰਾਹ ਅਪਣਾਈਏ। ਦਰਅਸਲ ਜੇ ਗੱਲ ਕੀਤੀ ਜਾਵੇ, ਦੇਰੀ ਵੀ ਹੋ ਗਈ ਹੈ ਕਿਸ਼ਨ। ਪਹਿਲਾਂ ਹਰ ਇੱਕ ਲੀਡਰ ਕੋਲ ਕਈ ਆਪਸ਼ਨ ਸੀਗੇ। ਜੇ ਉਹਨਾਂ ਨੂੰ ਉਹਨਾਂ ਦੀ ਪਾਰਟੀ ਯਾਨੀ ਕਿ ਜੇ ਕਾਂਗਰਸ ਦੇ ਜਿਹੜੇ ਐਮਐਲਏਜ਼ ਨੇ ਜੋ ਉਹਨਾਂ ਦੀ ਪਾਰਟੀ ਟਿਕਟ ਨਹੀਂ ਦੇ ਰਹੀ ਸੀ ਤਾਂ ਉਹਨਾਂ ਕੋਲ ਹੋਰ ਕਈ ਆਪਸ਼ਨ ਸੀਗੇ। ਉਹਨਾਂ ਕੋਲ ਆਮ ਆਦਮੀ ਪਾਰਟੀ ਦਾ ਆਪਸ਼ਨ ਸੀਗਾ, ਉਹਨਾਂ ਕੋਲ ਬੀਜੇਪੀ ਦਾ ਆਪਸ਼ਨ ਸੀਗਾ, ਉਹਨਾਂ ਕੋਲ ਅਕਾਲੀ ਦਲ ਦਾ ਆਪਸ਼ਨ ਸੀਗਾ। ਪਰ ਕਾਂਗਰਸ ਨੇ ਬਹੁਤ ਦੇਰੀ ਨਾਲ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ। ਹੁਣ ਕਿਉਂਕਿ ਅਕਾਲੀ ਦਲ ਆਪਣੇ 95 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕਿਆ ਹੈ, ਆਮ ਆਦਮੀ ਪਾਰਟੀ ਆਪਣੇ 117 ਕੈਂਡੀਡੇਟਸ ਦੇ ਨਾਵਾਂ ਦਾ ਐਲਾਨ ਕਰ ਚੁੱਕਿਆ ਹੈ, ਤਾਂ ਇੱਕ ਬੀਜੇਪੀ ਜਿਹੜੀ ਹੈ ਉਹ ਆਪਸ਼ਨ ਰਹਿ ਗਈ ਹੈ ਤੇ ਉਹਨਾਂ ਦੀ ਵੀ ਦੱਸਿਆ ਜਾ ਰਿਹਾ ਹੈ ਕਿ ਲਿਸਟ ਕੱਲ ਸਵੇਰੇ ਜਿਹੜੀ ਹੈ ਆ ਜਾਏਗੀ। ਤਾਂ ਕਿਤੇ ਨਾ ਕਿਤੇ ਇਹ ਜਿਹੜੇ ਉਮੀਦਵਾਰ ਹੈ, ਕਿਆ ਕਹਿ ਸਕਦੇ ਕਿ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਇਸ ਲਈ ਨਾਖੁਸ਼ ਨੇ ਕਿ ਪਾਰਟੀ ਨੇ ਸਾਡੇ ਨਾਲ ਧੱਕਾ ਕੀਤਾ ਤੇ ਧੋਖਾ ਦਿੱਤਾ ਤੇ ਦੇਰੀ ਨਾਲ ਦਿੱਤਾ, ਤੇ ਹੁਣ ਕਿਤੇ ਨਾ ਕਿਤੇ ਇਹਨਾਂ ਕੋਲ ਆਪਸ਼ਨ ਜਿਹੜੇ ਨੇ ਉਹ ਵੀ ਘੱਟ ਰਹਿ ਗਏ ਨੇ। ਬਿਲਕੁਲ, ਆਪਸ਼ਨ ਕਿਹੜੇ ਰਹਿਣਗੇ ਇਹ ਵੀ ਦੇਖਣਾ ਦਿਲਚਸਪ ਹੈ। ਪਰ ਕਈ ਜਿਹੜੀਆਂ ਟਿਕਟਾਂ ਉਹ ਕਾਂਗਰਸ ਨੇ ਕੱਟੀਆਂ ਨੇ, ਉਹ ਕਿਸ ਬਿਹਾਫ ਤੇ ਕੱਟੀਆਂ, ਕਿਸ ਲਹਿਜ਼ੇ ਨਾਲ ਕੱਟੀਆਂ, ਕੀ ਕੋਈ ਸਰਵੇ ਕਰਵਾਇਆ ਗਿਆ ਜੋ ਸਰਵੇ ਦੇ ਵਿੱਚੋਂ ਇਹ तमाम ਕੈਂਡੀਡੇਟਸ ਪਾਸ ਨਹੀਂ ਹੋਏ। ਪ੍ਰਿਤਪਾਲ ਜੀ, ਅਸੀਂ ਸੁਣ ਰਹੇ ਸੀ, ਅਸੀਂ ਦੇਖ ਰਹੇ ਸੀ ਕਿ ਕਾਂਗਰਸ ਨੇ ਅੰਦਰ ਖਾਤੇ ਬਹੁਤ ਸਰਵੇ ਕਰਵਾਏ। ਕੋਈ ਅਮਰਗੜ੍ਹ ਤੋਂ ਅਜਿਹੀ ਕੀ ਰਿਪੋਰਟ ਸੀ ਕਿ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਜਦ ਤੁਹਾਡਾ ਫੀਡਬੈਕ ਗਲਤ ਪਹੁੰਚਾਇਆ ਗਿਆ? ਨਹੀਂ ਸਰ, ਦੇਖੋ ਫੀਡਬੈਕ ਵਾਲੀ ਗੱਲ ਤੇ ਕਿਉਂਕਿ ਸਭ ਦੇ ਸਾਹਮਣੇ ਸੀਗਾ ਤੇ ਫੀਡਬੈਕ ਵਾਲੇ ਜਿੰਨੇ ਵੀ ਮੈਨੂੰ ਰਿਜ਼ਰਵਰ ਲਗਾਏ ਸਾਰੇ ਮੈਨੂੰ ਮਿਲਦੇ ਰਹੇ ਨੇ। ਸਾਰਿਆਂ ਨੇ ਕਿਹਾ ਵੀ ਤੁਹਾਡਾ ਪ੍ਰੋਫਾਈਲ ਅੱਛਾ ਹੈਗਾ, ਤੁਸੀਂ ਮੇਰੇ। ਦੂਸਰੀ ਗੱਲ ਕਿ ਤੁਹਾਨੂੰ ਮਹਿਲਾ ਕਾਂਗਰਸ ਦੇ ਕੋਟੇ ਤੋਂ ਟਿਕਟ ਮਿਲ ਸਕਦੀ ਹੈਗੀ ਆ, ਤੇ ਸਾਰਾ ਕੁਝ ਠੀਕ ਸੀਗਾ। ਤੇ ਲਾਸਟ ਦੇ ਵਿੱਚ ਆ ਕੇ ਹੋਇਆ ਕਿ ਆਪਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਸਿਰਫ ਸੈੱਟ ਕਰਨਾ ਹੈਗਾ। 5 ਸਾਲ ਦੀ ਮਿਹਨਤ ਤਾਂ ਦੇਖੀ ਨਹੀਂ ਗਈ ਹੈਗੀ, ਤੁਸੀਂ ਵੀ ਦੇਖ ਹੀ ਰਹੇ ਹੋ ਸਾਰਾ ਕੁਝ। ਨਹੀਂ, ਪਾਰਟੀ ਨੂੰ ਫਿਰ ਡੈਮੇਜ ਹੋਏਗਾ ਜੇ ਮਿਹਨਤ ਨਹੀਂ ਦੇਖ ਰਹੇ, ਕਿਉਂਕਿ ਤੁਹਾਡੀ ਪਾਰਟੀ ਕਾਂਗਰਸ ਤਾਂ ਕਹਿੰਦੀ ਹੈ ਕਿ ਔਰਤਾਂ ਦਾ ਜ਼ਿਆਦਾ ਸਤਿਕਾਰ ਹੁੰਦਾ। ਦੇਖੋ ਯੂਪੀ ਦੀ ਇਲੈਕਸ਼ਨ 'ਚ ਔਰਤਾਂ ਦੇ ਸਭ ਤੋਂ ਵੱਧ ਚਰਚੇ ਨੇ, ਤਾਂ ਪੰਜਾਬ ਦੀ ਇਲੈਕਸ਼ਨ 'ਚ ਕਿਉਂ ਨਹੀਂ? ਉਹੀ ਗੱਲ ਹੈ ਨਾ, ਦੇਖੋ ਯੂਪੀ ਦੇ ਵਿੱਚ ਜੇ 40% ਹੈ, ਪੰਜਾਬ ਦੇ ਵਿੱਚ 15-20% ਕੁਛ ਤਾਂ ਹੋਣਾ ਚਾਹੀਦਾ ਸੀਗਾ। ਸਾਡੀ ਡਿਮਾਂਡ ਤੇ ਇਹੀ ਸੀਗੀ ਕਿ ਲੇਡੀਜ਼ ਨੂੰ ਬਿਲਕੁਲ ਹੀ ਇਗਨੋਰ ਕੀਤਾ ਗਿਆ। ਇੱਕ ਵੀ ਮਹਿਲਾ ਕਾਂਗਰਸ ਨੂੰ ਟਿਕਟ ਨਹੀਂ ਹੈ ਕਿ ਵਾਏ ਕਿਉਂ? ਇਹ ਦਿੱਕਤ ਇਹੀ ਹੈ ਪ੍ਰਿਤਪਾਲ ਜੀ। ਦੇਖੋ ਅਸੀਂ ਕਈ ਲੀਡਰਾਂ ਨਾਲ ਗੱਲਬਾਤ ਕੀਤੀ, ਸਤਵਿੰਦਰ ਬਿੱਟੀ ਉਹਨਾਂ ਦੀ ਟਿਕਟ ਕੱਟੀ ਗਈ, ਦਾਮਨ ਸੁਨਾਮ ਤੋਂ ਉਹਨਾਂ ਦੀ ਟਿਕਟ ਕੱਟੀ ਗਈ, ਤੁਹਾਡੀ ਟਿਕਟ ਕੱਟੀ ਗਈ। ਮੁੱਖ ਕਾਰਨ ਦੇਖੋ ਪਰਿਵਾਰਵਾਦ ਦਾ ਹੀ ਵੱਡਾ ਐਲੀਗੇਸ਼ਨ ਲੱਗ ਰਿਹਾ ਹੈ। ਹਾਲਾਂਕਿ ਕਾਂਗਰਸ ਇਲੈਕਸ਼ਨ ਪ੍ਰਚਾਰ 'ਚ ਇੱਕੋ ਗੱਲ ਕਹਿੰਦੀ ਕਿ ਸ਼੍ਰੋਮਣੀ ਅਕਾਲੀ ਦਲ ਹੋਰ ਸਿਆਸੀ ਧਿਰਾਂ ਪਰਿਵਾਰਵਾਦ ਨੂੰ ਪ੍ਰਮੋਟ ਕਰਦੀਆਂ ਨੇ। ਜੀ ਮੇਨ ਉਹੀ ਹੈ ਜੀ, ਸੈਟਿੰਗ ਸਾਡੀ ਸੀਟ ਤੇ ਸੁਨਾਮ ਸੀਟ ਦੀ ਸੈਟਿੰਗ ਹੀ ਹੋਈ ਹੈ ਨਾ। ਦਮਨ ਦੀ ਟਿਕਟ ਵੀ ਤਾਂ ਹੀ ਕੱਟੀ ਗਈ ਹੈ। ਦੇਖੋ ਜੇ ਧੀਮਾਨ ਸਾਹਿਬ ਇੱਥੇ ਐਮਐਲਏ ਰਹੇ ਨੇ, ਅਸੀਂ ਉਹਨਾਂ ਦੀ ਵੀ ਸਪੋਰਟ ਕੀਤੀ ਸੀਗੀ ਲਾਸਟ ਟਾਈਮ। ਇਹ ਨਹੀਂ ਕਿ ਅਸੀਂ ਉਹਨਾਂ ਦੀ ਕੋਈ ਬਗਾਵਤ ਕੀਤੀ ਸੀਗੀ। ਅਸੀਂ ਚੱਲੇ ਸੋਚਿਆ ਕੋਈ ਗੱਲ ਨਹੀਂ ਕਿ ਨੈਕਸਟ ਟਾਈਮ ਤੇ ਉੱਥੇ ਇਹੀ ਚੀਜ਼ ਸੀ ਕਿ ਸੁਮਿਤ ਜੀ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਹਲਕੇ ਦੇ ਵਿੱਚ। ਲੋਕਾਂ ਦੇ ਫੋਨ ਆਉਂਦੇ ਨੇ, ਕਹਿੰਦੇ ਕੌਣ ਨੇ ਜੀ ਇਹ, ਕਹਿੰਦੇ। ਤੇ ਇਸ ਕਰਕੇ ਸੀ ਕਿ ਜੇ ਧੀਮਾਨ ਸਾਹਿਬ ਉੱਥੇ ਟਿਕਟ ਮਿਲੇਗੀ ਉਹਨਾਂ ਦੇ ਭਤੀਜੇ ਨੂੰ, ਉਹ ਆਪਦੇ ਜੋ ਵਰਕਰਸ ਨੇ ਉਹਨਾਂ ਨੂੰ ਨਾਲ ਇੱਥੇ ਉਹਨਾਂ ਨਾਲ ਸੈਟਿੰਗ ਹੋਏਗੀ। ਇਹੀ ਚੀਜ਼ ਲੱਗ ਰਹੀ ਹੈ ਮੈਨੂੰ ਤਾਂ। ਦੇਖੋ